रहे ने ਧੂਏ ਵਾਲੇ ਬੰਬ ਕੌਂਸੂਲੇਟਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਸੇ ਲਈ ਵੀਜ਼ਾ ਸਰਵਿਸ ਕੀਤੀ ਬੰਦ। ਬ੍ਰਿਟੇਨ ਸਿੱਖ ਨੌਜਵਾਨਾਂ ਨੇ ਭਾਰਤੀ ਰਾਜਦੂਤ ਨੂੰ ਗੁਰੂ ਘਰ ਜਾਣ ਤੋਂ ਰੋਕਿਆ। ਗਲਾਸਗੋ ਦੇ ਇੱਕ ਗੁਰਦੁਆਰੇ ਪਹੁੰਚੇ ਸਨ ਵਿਕਰਮ ਦੁਰਾਈਸਵਾਮੀ ਵਿਰੋਧ ਤੋਂ ਬਾਅਦ ਪਰਤੇ ਵਾਪਸ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਗਿੱਦੜਬਾਹਾ ਦੇ ਮਨਰੇਗਾ ਘੁਟਾਲੇ 'ਚ ਅਧਿਕਾਰੀਆਂ ਤੇ ਡਿੱਗੀ ਗਾਜ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 3 ਅਧਿਕਾਰੀ ਬਰਖਾਸਤ। केस गिरफ्तार सुखपाल खैरा ਨੂੰ ਅੱਜ ਜਲਾਲਾਬਾਦ ਕੋਰਟ 'ਚ ਕੀਤਾ ਜਾਵੇਗਾ ਪੇਸ਼। 2 ਦਿਨ ਦਾ ਰਿਮਾਂਡ ਹੋ ਰਿਹਾ ਖਤਮ। 2015 ਦੇ ਨਸ਼ਾ ਤਸਕਰੀ ਮਾਮਲੇ 'ਚ ਪਰਸੋਂ ਚੰਡੀਗੜ੍ਹ ਤੋਂ ਹੋਈ ਸੀ ਗ੍ਰਿਫਤਾਰੀ। ਮਨਪ੍ਰੀਤ ਬਾਦਲ ਦੀ ਪਾਲਚ ਵਿਜੀਲੈਂਸ ਵੱਲੋਂ ਚੰਡੀਗੜ੍ਹ 'ਚ ਰੇਡ। ਦੇਰ ਸ਼ਾਮ ਮਨਪ੍ਰੀਤ ਦੇ ਘਰ ਪਹੁੰਚੀ ਟੀਮ ਪਰ ਨਹੀਂ ਮਿਲੇ ਬਾਦਲ। ਬਠਿੰਡਾ ਕੋਰਟ 'ਚ ਮਨਪ੍ਰੀਤ ਬਾਦਲ ਨੇ ਲਾਈ ਅਗਾਊ ਜ਼ਮਾਨਤ ਦੀ ਅਰਜ਼ੀ। ਵਿਕਰਮ ਮਜੀਠੀਆ ਨੇ ਤਰਨਤਾਰਨ ਦੇ ਐਸਐਸਪੀ ਦੀ ਬਦਲੀ ਬਹਾਨੇ ਘੇਰੀ ਸਰਕਾਰ। ਕਿਹਾ ਮਾਈਨਿੰਗ ਮਾਫੀਆ ਤੇ ਕਾਰਵਾਈ ਕਰਨ ਦੀ ਥਾਂ ਗੁਰਮੀਤ ਚੌਹਾਨ ਨੂੰ ਕੀਤਾ ਟ੍ਰਾਂਸਫਰ। ਆਪ ਵਿਧਾਇਕ ਨੇ ਐਸਐਸਪੀ ਤੇ ਲਾਏ ਸੀ ਧੱਕੇਸ਼ਾਹੀ ਦੇ ਇਲਜ਼ਾਮ। ਪੰਜਾਬ ਭਰ 'ਚ ਅੱਜ ਲਗਾਤਾਰ ਤੀਜੇ ਦਿਨ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ। ਪ੍ਰਦਰਸ਼ਨਾਂ ਕਾਰਨ 400 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ। ਯਾਤਰੀਆਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ। ਕਿਸਾਨਾਂ ਨੇ ਅੱਜ ਸ਼ਾਮ 4 ਵਜੇ ਤੱਕ ਟਰੈਕ ਜਾਮ ਕਰਨ ਦਾ ਕੀਤਾ ਹੈ ਐਲਾਨ। ਕੱਲ ਤੋਂ ਸੂਬੇ ਭਰ 'ਚ ਝੋਨੇ ਦੀ ਸਰਕਾਰੀ ਖਰੀਦ ਹੋਵੇਗੀ ਸ਼ੁਰੂ। ਪੰਜਾਬ ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਨੋਟੀਫਾਈ। ਖੇਤੀਬਾੜੀ ਮੰਤਰੀ ਬੋਲੇ ਇੱਕ ਦਾਣੇ ਦੀ ਖਰੀਦ ਲਈ ਵਚਨਬੱਧ ਹੈ ਸਰਕਾਰ। 2 ਅਕਤੂਬਰ ਨੂੰ ਪੰਜਾਬ ਦੌਰੇ ਤੇ ਅਰਵਿੰਦ ਕੇਜਰੀਵਾਲ ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ 'ਚ ਨਵੇਂ ਬਣੇ ਜ਼ਿਲ੍ਹਾ ਪੱਧਰੀ ਵਾਰਡ ਦਾ ਕਰਨਗੇ ਉਦਘਾਟਨ। ਆਪ ਦੀ ਰੈਲੀ ਨੂੰ ਵੀ ਕਰਨਗੇ ਸੰਬੋਧਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਤੇ ਵੱਡੀ ਖਬਰ ਦੇ ਨਾਲ। ਦੱਸਦੇ ਕੈਨੇਡਾ ਦੇ ਇੰਡੀਆ ਦੇ ਵਿਚਾਲੇ ਜੋ ਵਿਵਾਦ ਹੈ, ਤਲਖੀ ਹੈ, ਖਿੱਚੋਤਾਣ ਹੈ, ਲਗਾਤਾਰ ਜਾਰੀ ਹੈ ਤੇ ਬੁਲਟਨ ਦੀ ਸ਼ੁਰੂਆਤ ਵੱਡੀ ਖਬਰ ਦੇ ਨਾਲ ਕਰਾਂਗੇ ਜਿੱਥੇ ਕਿ ਯੂਐਸ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਰੂਡੋ ਤੇ ਹਮਲਾ ਬੋਲਿਆ ਹੈ, ਸ਼ਬਦੀ ਹਮਲਾ ਬੋਲਿਆ ਹੈ। ਐਸ ਜੈਸ਼ੰਕਰ ਨੇ ਕਿਹਾ ਹੈ ਕਿ ਕੈਨੇਡਾ 'ਚ ਹਿੰਸਾ ਦਾ ਮਾਹੌਲ ਹੈ। ਕੈਨੇਡਾ 'ਚ ਸਥਿਤ ਸਾਡੇ ਮਿਸ਼ਨਾਂ ਤੇ ਸੁੱਟੇ ਜਾ ਰਹੇ ਨੇ ਧੂਏ ਵਾਲੇ ਬੰਬ। ਭਾਰਤੀ ਦੂਤਾਵਾਸ ਯਾਨੀ ਕਿ ਭਾਰਤੀ ਕੌਂਸੂਲੇਟ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਹੈ ਐਸ ਜੈਸ਼ੰਕਰ ਨੇ। ਉਹਨਾਂ ਨੇ ਕਿਹਾ ਕਿ ਸਾਡੇ ਡਿਪਲੋਮੈਟਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਸਾਡੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡੀਅਨ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉੱਥੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਵਾਲ ਪੁੱਛਿਆ ਹੈ ਕਿ ਜੇ ਅਜਿਹਾ ਕਿਸੇ ਹੋਰ ਦੇਸ਼ ਨਾਲ ਹੁੰਦਾ ਤਾਂ ਉਹਨਾਂ ਦੀ ਪ੍ਰਤੀਕਿਰਿਆ ਕੀ ਰਹੇਗੀ। ਅਜਿਹਾ ਮਾਹੌਲ ਭਾਰਤ 'ਚ ਹੀ ਹੈ। ਐਸ ਜੈਸ਼ੰਕਰ ਨੇ ਕਿਹਾ ਹੈ ਕਿ ਵਿਆਨਾ ਕਨਵੈਨਸ਼ਨ ਤਹਿਤ ਦੂਤਾਵਾਸ ਤੇ ਉੱਥੇ ਕੰਮ ਕਰਨ ਵਾਲੇ ਸਟਾਫ ਨੂੰ ਸੁਰੱਖਿਆ ਪ੍ਰਦਾਨ ਕਰਨਾ ਹਰ ਦੇਸ਼ ਦੀ ਜ਼ਿੰਮੇਵਾਰੀ ਹੈ ਤੇ ਵੱਡਾ ਬਿਆਨ ਅਸੀਂ ਕਹਿ ਸਕਦੇ ਹਾਂ ਕਿ ਵਰਦੇ ਹੋਏ ਨਜ਼ਰ ਆ ਰਹੇ ਨੇ ਐਸ ਜੈਸ਼ੰਕਰ ਵਿਦੇਸ਼ ਮੰਤਰੀ। देखिए जो एक तो जो सिख कम्युनिटी जो है अगर उनके आप ही खुद जानते हैं कि पिछले 10 साल में उनके जो मुद्दे जो हैं उनके विषय आप जानते हैं कि पहले वो ब्लैक लिस्ट की चर्चा होती थी और बहुत सारे लोग थे जिनको लगता था कि वो खुद अपने देश जा नहीं पा रहे। अब उनके इतने सारे मुद्दे जो हैं कुछ जो हैं कौम के मुद्दे हैं, कुछ व्यक्तिगत मुद्दे हैं, तो उन पे मोदी सरकार ने जितना समय बिताया है, जितना ध्यान दिया है, जितना उसके जो अलग अलग सुझाव निकाले हैं, आप भी जानते हैं, मैं भी जानता हूँ। अब जो हुआ है और अभी जो चर्चा जो हो रही है, ये जो है मैं नहीं मानता कि एक किस्म से पूरे कम्युनिटी के रिप्रेजेंटेटिव इश्यूज़ हैं। ये जो अभी जो आतंकवाद की बात करते हैं, जो अलगावादी लोग जो हैं, जो हिंसा माने जिनके तर्कों में ये हिंसा की बात आती है, तो मुझे लगता है कि ये बहुत एक माने छोटी सी माइनॉरिटी है और उनके लिए जो है जो हमारी सरकार, जो यहाँ की सरकार, कनाडा की सरकार, उनको माने एक किस्म से निष्पक्ष तरीके से देखना चाहिए और जो उनका जो रिस्पांस होगा वो होगा। तो आप इसको नहीं लीजिए कि ये कहीं एक पूरे कम्युनिटी का विषय वो उसको माने
गलत तरीके से किस्म से आप पेश कर रहे हैं. The issue is as follows, which is that the Canadians have made some allegations. We have pointed out to them that this is not Government of India's policy, but if they are prepared to share with us specifics and anything relevant, we are also open to looking at it. So in that sense, that's where the matter stands. But what we do not want to see is an incident treated in isolation, because then that somewhere does not convey the right picture. The fact is that we have had an ongoing problem with Canada and the Canadian government for some years now. And the ongoing problem really revolves around the permissiveness in regard to terrorism, extremism and violence. And this permissiveness is also reflected in the fact that some important extradition requests have not been responded to from their side, in the fact that there are individuals and organizations who are clearly involved with violence and illegal activities in India, who themselves declared it. I mean, it is not a secret. And that they continue to carry on with their activities in Canada. And most important, the fact that our diplomatic missions and our diplomatic personnel have been consistently and continuously intimidated in Canada, to a point where today it is not safe for them. मेरे सहयोगी शैलेंद्र वांगू फोन लाइन ते जुड़े हुए ने. शैलेंद्र, विदेश मंत्री का बड़ा बयान सामने. उन्होंने कहा है कि जो इंडियन कॉन्सुलेट्स है वहां उनको निशाना बनाया जा रहा है, जो डिप्लोमेट्स हैं उनको डराया धमकाया जा रहा है, फिर भी कनेडियन गवर्नमेंट की तरफ से कोई भी कार्रवाई नहीं की जा रही. बिल्कुल, देखिए, विदेश मंत्री जयशंकर अभी अमेरिका में हैं और उन्होंने कल मल्टीपल प्लेटफॉर्म्स पे ये बात रखी है. और जिस तरह से सवाल उठाए जा रहे थे कि उनकी मुलाकात अमेरिकी विदेश मंत्री से हुई है, तो क्या अमेरिका की तरफ से कनाडा ने जो आरोप लगाए हैं उस पर बात हुई है नहीं, तो उस पर विदेश मंत्री जयशंकर ने खुलकर बोला है. उन्होंने साफ कर दिया है कि कनाडा में जो ऐसे एलिमेंट्स हैं उनको एक ऑपरेटिंग स्पेस दिया जा रहा है, उनको इस तरह की गतिविधियों करने के लिए जगह दी जा रही है. यही कारण है कि जो भारत को अपने कुछ कदम उठाने पड़े, जिसमें हमने देखा कि पिछले कुछ दिनों से लगातार जो इंडियन डिप्लोमेट्स हैं, खासतौर से कनाडा में जो हैं, उनको लगातार धमकियां मिल रही थी, उनकी तस्वीरें जारी की जा रही थी पोस्टर्स पे, और उनको निज्जर के लिए निज्जर की हत्या के लिए दोषी ठहराया जा रहा था. जिसके बाद जयशंकर ने कल खुद ये बात कही कि ऐसे माहौल के बीच में भारत को अपने वीजा ऑपरेशंस को वहां पर बंद करना पड़ा, सस्पेंड करना पड़ा. यही कारण है. और खासतौर से जयशंकर ने साफ कर दिया है, विदेश मंत्री ने, कि जो कनाडा है वहां पर कंपल्शन, उनकी पॉलिटिकल कंपल्शन है, मजबूरियां हैं राजनीतिक, जिसके चलते वो ऐसे एलिमेंट्स के खिलाफ कार्रवाई नहीं करते हैं. हालांकि ये जो तादाद है इन लोगों की वो बहुत कम है, वो पूरी कम्युनिटी को रिप्रेजेंट नहीं करते हैं. एक छोटा तबका है जो इस तरह की हरकतों को अंजाम देते हैं. लेकिन कहीं ना कहीं जो ये सिलसिला है ये कई सालों से चल रहा है. बीच में डोरमेंट हो गया था, कम हो गया था, लेकिन एक बार फिर से पिछले कुछ सालों के अंदर ये फिर से इतने तेजी पकड़ी है. कारण ये है कि आज भी कनाडा में जो है ऐसे एलिमेंट्स को छूट दी गई है फ्रीडम ऑफ स्पीच, बोलने की आजादी के नाम पर. जी जी, बहुत बहुत शुक्रिया शैलेंद्र. अगली खबर के लिए भी आप हमारे साथ जुड़े रहें. ते तस्वीरें तुहानू विखा रहे हैं जो कि एस जयशंकर जो विदेश मंत्री ने यूएस मौजूद ने, ते इस विचाले उन्होंने ट्रूडो सरकार ते हमला बोले. उन्होंने कहा कि कैनेडा च हिंसा वाला माहौल है, फिर भी कनेडियन गवर्नमेंट के वालों कोई भी कार्रवाई नहीं की जा रही. उत्थे जो इंडियन काउंसलेट्स ने उन्होंने धमकाया भी जा रहा है. Share with us has prompted Canada to approach this issue in that manner. That's not, how can I sort of analyze it and attribute reasons for it? It's something they know why they've done it. Our point is this, that there is today a climate of violence, an atmosphere of intimidation,
activities. I mean, just think about it. We've had, smoke bombs thrown at the mission. We've had our consulates, violence in front of them. Individuals have been targeted and intimidated. There are posters put up about people. So tell me, do you consider this normal? I mean, for a moment, okay, this is about us. If this had happened to any other country, how would they react to it? I think it's a reasonable question to ask. Let's not normalize what is happening in Canada. What is happening in Canada, had it happened anywhere else, do you think the world would have taken it with equanimity? If it had happened to any other country, would they have taken it, so calmly? So I think, it's necessary to call out what is happening there. And our point is this, look, there may be an individual incident. Yes, if there is an incident and there is an investigation and there are allegations, there are processes involved in it. Nobody is disputing that. Our issue is to somehow say that what else is happening is par for the course. That, it's quite okay for freedom, because there's freedom of speech, to make threats and intimidate diplomats. ਅੱਗੇ ਵਧਾਂਗੇ ਤੇ ਗੱਲ ਕਰਾਂਗੇ ਯੂਕੇ ਦੀ। ਯੂਕੇ 'ਚ ਭਾਰਤੀ ਰਾਜਦੂਤ ਯਾਨੀ ਕਿ ਇੰਡੀਅਨ ਐਂਬੈਸਡਰ ਨੂੰ ਗੁਰਦੁਆਰੇ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਤੇ ਗਲਾਸਗੋ 'ਚ ਕੁਝ ਸਿੱਖ ਨੌਜਵਾਨਾਂ ਨੇ ਵਿਕਰਮ ਦੋਰਾਈ ਸਵਾਮੀ ਨੂੰ ਗੁਰਦੁਆਰਾ ਨਤਮਸਤਕ ਹੋਣ ਤੋਂ ਰੋਕਿਆ। ਦੱਸਦੇ ਗਲਾਸਗੋ ਦੇ ਗੁਰਦੁਆਰੇ 'ਚ ਨਤਮਸਤਕ ਹੋਣ ਲਈ ਜਾ ਰਹੇ ਸਨ। ਇਸ ਦੇ ਵਿਚਾਲੇ ਹੀ ਵਿਰੋਧ ਤੋਂ ਬਾਅਦ ਵਾਪਸ ਪਰਤ ਗਏ ਦੋਰਾਈ ਸਵਾਮੀ ਤੇ ਯੂਕੇ 'ਚ ਭਾਰਤੀ ਅਧਿਕਾਰੀਆਂ ਨੂੰ ਗੁਰਦੁਆਰਿਆਂ 'ਚ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ यूके ਦੀਆਂ, ਜਿੱਥੇ ਕਿ ਗਲਾਸਗੋ ਗੁਰਦੁਆਰਾ ਹੈ। ਭਾਰਤੀ ਰਾਜਦੂਤ ਉੱਥੇ ਪਹੁੰਚੇ ਸੀਗੇ, ਇੰਡੀਅਨ ਐਂਬੈਸਡਰ ਉੱਥੇ ਪਹੁੰਚੇ ਸੀਗੇ। ਹਾਲਾਂਕਿ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਉਹਨਾਂ ਦਾ ਵਿਰੋਧ ਕੀਤਾ ਗਿਆ। ਦੱਸਦੇ ਕਿ ਵਿਰੋਧ ਤੋਂ ਬਾਅਦ ਵਾਪਸ ਪਰਤਣਾ ਪਿਆ ਦੋਰਾਈ ਸਵਾਮੀ ਤੋਂ। ਯੂਕੇ 'ਚ ਭਾਰਤੀ ਅਧਿਕਾਰੀਆਂ ਨੂੰ ਗੁਰਦੁਆਰਿਆਂ 'ਚ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਤਸਵੀਰਾਂ ਨੇ ਯੂਕੇ ਦੇ ਗਲਾਸਗੋ ਦੇ ਗੁਰਦੁਆਰੇ ਦੀਆਂ, ਜਿੱਥੇ ਕਿ ਭਾਰਤੀ ਰਾਜਦੂਤ ਦੀ ਇੰਡੀਅਨ ਐਂਬੈਸਡਰ ਦੀ ਗੱਡੀ ਵੇਖੀ ਜਾ ਸਕਦੀ ਹੈ। ਇਸ ਦੇ ਵਿਚਾਲੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਜੋ ਹੈ नतमस्तक होने नहीं दिता गया। मेरे सहयोगी शैलेंद्र लगातार फोन लाइन से जुड़े हुए हैं। शैलेंद्र, जानना चाहेंगे कि ये घटना कब की है और जो इंडियन एम्बेसडर हैं, इंडियन राजदूत हैं, उनका विरोध क्यों किया गया, उनको अंदर क्यों नहीं जाने दिया गुरुद्वारा साहिब के अंदर? देखिए, जो ये वीडियो है इसकी डेट अभी क्लियर नहीं है, लेकिन जो वीडियो खालिस्तानी सपोर्टर्स ने पोस्ट किया है सोशल मीडिया पे, उसमें इंडियन हाई कमिश्नर विक्रम दोराई स्वामी गुरुद्वारे जा रहे थे। उनकी गाड़ी को रोका गया, उनको बाहर नहीं आने दिया गया, उनको वहां से जाने के लिए कहा गया। हालांकि आपको बता दें कि ये पहला ऐसा इंसिडेंट नहीं है, हमने इससे पहले भी देखा है, चाहे कनाडा हो, चाहे यूएस हो और कुछ जो यूके के भी ऐसे गुरुद्वारे हैं, इनफैक्ट पाकिस्तान के बहुत से ऐसे गुरुद्वारे हैं जहां पर इंडियन डिप्लोमेट्स की एंट्री पर रोक है। ऐसे बहुत से गुरुद्वारे कनाडा में हैं, जो हमारे सूत्र बताते हैं, जो ऐसे खालिस्तानी एलिमेंट्स जिनको कंट्रोल करते हैं, वहां पर इंडियन डिप्लोमेट्स की एंट्री नहीं होती उनकी ऑफिशियल कैपेसिटी में। उनका मानना है कि बतौर इंडियन हाई कमिश्नर उनको एंट्री नहीं मिलेगी। अगर वो सिर्फ माथा टेकने के लिए जा रहे हैं तो जा सकते हैं, लेकिन ये जो माहौल क्रिएट किया जा रहा है इंडियन डिप्लोमेट्स के खिलाफ, ये चिंता का विषय है। और लगातार विदेश मंत्री भी ये बात कह रहे हैं कि अगर किसी और देश के डिप्लोमेट से अगर ऐसे ट्रीटमेंट होता तो जवाब कुछ और होता। तो ऐसे में कनाडा में इस तरह और खासतौर से यूके में भी अगर इस तरह की घटना हुई है, हालांकि इस पर अभी तक ऑफिशियली विदेश मंत्रालय की तरफ से कोई बयान सामने नहीं आया है, ना ही इंडियन हाई कमीशन इन यूके की तरफ से कोई स्टेटमेंट आया है, लेकिन ये एक गंभीर मुद्दा है और इसको एड्रेस किया जाना चाहिए। हालांकि बताया जा रहा है कि इंडियन हाई कमिश्नर वहां पर वीजा प्रोसेस को तेज करने के लिए, जो वहां पर इंडियन सिख्स हैं उनके वीजा को में सहूलियत बरतने के लिए वो वहां पर जा रहे थे। हालांकि इस पर भी ऑफिशियल स्टेटमेंट नहीं आया है, लेकिन उनको वहां पर जाने नहीं दिया गया। और ये ट्रीटमेंट सिर्फ यूके में नहीं हो रहा है, वो कनाडा में भी हो रहा है, वो पाकिस्तान में भी हो रहा है और कुछ इलाकों में यूएस में भी हो रहा है। तो ये एक चिंता का विषय जिसको एड्रेस किया जाना चाहिए। हालांकि विदेश मंत्री बार बार ये बात कह रहे हैं कि जो ये ट्रीटमेंट है इसको लेकर गंभीरता से सोचना चाहिए उन देशों को जो इस तरह के एलिमेंट्स को
इस तरह की हरकतें करने के लिए अलाउ करती है। जी जी, बहुत बहुत शुक्रिया शैलेंद्र, हमें तमाम जानकारी देने ਲਈ ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਯੂਕੇ ਦਾ ਗਲਾਸਗੋ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਹੈ। ਇੰਡੀਅਨ ਰਾਜਦੂਤ, ਇੰਡੀਅਨ ਐਮਬੈਸਡਰ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ। ਇਸ ਦੇ ਵਿਚਾਲੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ, ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਹੋਣ ਨਹੀਂ ਦਿੱਤਾ ਗਿਆ। ਤਸਵੀਰਾਂ 'ਚ ਨਜ਼ਰ ਆ ਰਹੇ ਨੇ ਵਿਕਰਮ ਦੋਰਾਈ ਸਵਾਮੀ, ਇੰਡੀਅਨ ਐਮਬੈਸਡਰ ਨੇ ਯੂਕੇ 'ਚ, ਜਿੱਥੇ ਉਹ ਪਹੁੰਚੇ ਸੀਗੇ। ਹਾਲਾਂਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੀ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਸੀਗਾ, ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਵਿਰੋਧ ਤੋਂ ਬਾਅਦ ਵਾਪਸ ਪਰਤਣਾ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਹੋਇਆ ਹੈ, ਜਿੱਥੇ ਕਿ ਗਿੱਦੜਬਾਹਾ ਦੇ ਮਨਰੇਗਾ ਘੁਟਾਲੇ 'ਚ ਅਧਿਕਾਰੀਆਂ ਤੇ ਗਾਜ ਡਿੱਗੀ ਹੈ। ਇਸ ਵਿਚਾਲੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ 3 ਅਧਿਕਾਰੀ ਬਰਖਾਸਤ ਕੀਤੇ ਗਏ ਨੇ, ਸਸਪੈਂਡ ਕੀਤੇ ਗਏ ਨੇ। ਦੱਸ ਕਿ ਟੈਕਨੀਕਲ ਅਸਿਸਟੈਂਟ ਨਿਸ਼ਾਨ ਵਤਸ ਤੇ ਮਨਦੀਪ ਸਿੰਘ ਬਰਖਾਸਤ ਕੀਤੇ ਗਏ ਨੇ। ਇਸ ਨਾਲ ਹੀ ਗ੍ਰਾਮ ਰੁਜ਼ਗਾਰ ਸੇਵਕ ਹਰਵਿੰਦਰ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਗਈਆਂ। ਮੁਕਤਸਰ ਦੇ ਡੀਸੀ ਵੱਲੋਂ ਜਾਂਚ ਰਿਪੋਰਟ ਤੋਂ ਬਾਅਦ ਆ ਕਾਰਵਾਈ ਕੀਤੀ ਗਈ ਹੈ। ਕਾਬਿਲੇ ਗੌਰ ਹੈ ਕਿ ਪਿਛਲੇ ਦਿਨ ਹੀ ਗਿੱਦੜਬਾਹਾ ਦੇ ਵਿਕਾਸ ਕਾਰਜਾਂ ਦੇ ਫੰਡਾਂ 'ਚ ਘੁਟਾਲੇ ਦਾ ਪਰਦਾਫਾਸ਼ ਹੋਇਆ ਸੀਗਾ। ਪਿੰਡ ਰੋੜਾ ਵਾਲੀ ਦੇ ਨੌਜਵਾਨ ਵੱਲੋਂ ਪਾਈ ਆਰਟੀਆਈ 'ਚ ਖੁਲਾਸਾ ਹੋਇਆ ਸੀਗਾ ਕਿ ਸਾਲ 2019-20 ਦੇ ਦੌਰਾਨ ਇੱਕ ਇੱਟ 400 ਰੁਪਏ 'ਚ ਖਰੀਦੀ ਗਈ ਸੀਗੀ। ਇੱਕ ਸੀਮੈਂਟ ਦੀ ਬੋਰੀ ਦੀ ਕੀਮਤ 3500 ਰੁਪਏ ਲਗਾਈ ਗਈ ਸੀਗੀ। 15 ਬੋਰੀਆਂ ਦੀ ਕੀਮਤ 52,500 ਰੁਪਏ ਲਗਾਈ ਗਈ ਸੀਗੀ। 350 ਇੱਟਾਂ ਦੇ 1,40,000 'ਚ ਖਰੀਦੀਆਂ ਗਈਆਂ ਸਨ ਅਤੇ ਸਾਲ 2021-20 'ਚ ਮਨਰੇਗਾ ਮਜ਼ਦੂਰਾਂ ਦੇ 1 ਸਾਲ ਦੀਆਂ ਦਿਹਾੜੀਆਂ 400 ਤੋਂ 1100 ਦਿਨ ਗਿਣਵਾਈਆਂ ਗਈਆਂ ਸੀਗੀਆਂ। ਤੇ ਮਨਰੇਗਾ ਘੁਟਾਲੇ 'ਚ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ, ਜਿੱਥੇ ਕਿ ਨਿਸ਼ਾਨ ਵਤਸ ਟੈਕਨੀਕਲ ਅਸਿਸਟੈਂਟ ਬਰਖਾਸਤ ਕੀਤਾ ਗਿਆ ਹੈ। ਮਨਦੀਪ ਸਿੰਘ, ਹਲਵਿੰਦਰ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ ਤੇ ਆ ਟੈਕਨੀਕਲ ਅਸਿਸਟੈਂਟ ਨੇ ਮਨਰੇਗਾ ਘੁਟਾਲਾ 'ਚ ਜੋ ਵੱਡਾ ਹੋਇਆ ਸੀਗਾ, ਘੁਟਾਲਾ ਹੋਇਆ ਸੀਗਾ, ਉਸ 'ਚ ਵੱਡਾ ਐਕਸ਼ਨ ਕਿਤਨਾ ਕਿਤੇ ਨਜ਼ਰ ਆ ਰਿਹਾ ਹੈ। ਨਿਊਜ਼ 18 ਨੇ ਆ ਜੋ ਖਬਰ ਸੀਗੀ ਆ ਨਸ਼ਰ ਕੀਤੀ ਸੀਗੀ, ਪ੍ਰਮੁਖਤਾ ਨਾਲ ਵਿਖਾਈ ਸੀਗੀ ਤੇ ਹੁਣ ਉਹਦਾ ਐਕਸ਼ਨ ਹੁੰਦਾ ਹੋਇਆ ਵੇਖਿਆ ਜਾ ਸਕਦਾ। ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦੱਸ ਰਹੇ ਹਾਂ ਕਿ ਮਨਰੇਗਾ ਦਾ ਪੂਰਾ ਘੁਟਾਲਾ ਕੀ ਸੀਗਾ, ਆਖਿਰ ਕੀ ਹੈ ਉਹ ਘੁਟਾਲਾ। ਆ ਘੁਟਾਲਾ ਹੈ ਪਿੰਡ ਰੋੜਾਵਾਲੀ ਦੇ ਨੌਜਵਾਨ ਵੱਲੋਂ ਇੱਕ ਆਰਟੀਆਈ 'ਚ ਖੁਲਾਸਾ ਕੀਤਾ ਗਿਆ ਸੀਗਾ ਕਿ ਸਾਲ 2019-20 ਦੇ ਦੌਰਾਨ ਇੱਕ ਇੱਟ 400 ਰੁਪਏ 'ਚ ਖਰੀਦੀ ਗਈ ਸੀਗੀ। ਇੱਕ ਸੀਮੈਂਟ ਦੀ ਬੋਰੀ ਦੀ ਕੀਮਤ 3500 ਰੁਪਏ ਲਗਾਈ ਗਈ ਸੀਗੀ। 15 ਬੋਰੀਆਂ ਦੀ ਕੀਮਤ 52,500 ਰੁਪਏ ਲਗਾਈ ਗਈ ਸੀ। 350 ਇੱਟਾਂ 1,40,000 ਦੀ ਖਰੀਦੀਆਂ ਗਈਆਂ ਸਨ ਅਤੇ ਸਾਲ 2020-21 'ਚ ਮਨਰੇਗਾ ਮਜ਼ਦੂਰਾਂ ਦੇ 1 ਸਾਲ ਦੀਆਂ ਦਿਹਾੜੀਆਂ 400 ਤੋਂ 1100 ਦਿਨ ਗਿਣਵਾਈਆਂ ਗਈਆਂ ਸੀ। ਤੇ ਇਸ ਪੂਰੇ ਮਾਮਲੇ 'ਚ ਹੁਣ ਵੱਡਾ ਐਕਸ਼ਨ ਹੋਇਆ ਹੈ। ਨਿਊਜ਼ 18 ਦੀ ਖਬਰ ਦਾ ਅਸਰ ਹੋਇਆ ਹੈ ਤੇ ਨਿਊਜ਼ 18 ਨੇ ਆ ਖਬਰ ਨੂੰ ਪ੍ਰਮੁਖਤਾ ਨਾਲ ਨਸ਼ਰ ਕੀਤਾ ਸੀਗਾ। ਮੇਰੇ ਸਹਿਯੋਗੀ ਸੂਰਜ ਪਾਨ ਫੋਨ ਲਾਈਨ ਤੇ ਮੌਜੂਦ ਨੇ। ਸੂਰਜ, ਨਿਊਜ਼ 18 ਦੀ ਖਬਰ ਦਾ ਅਸਰ ਤੇ ਇਸ ਪੂਰੇ ਮਾਮਲੇ 'ਚ ਘੁਟਾਲੇ 'ਚ ਹੁਣ ਵੱਡਾ ਐਕਸ਼ਨ, ਵੱਡੀ ਕਾਰਵਾਈ। ਬਿਲਕੁਲ ਕੋਈ ਦੋ ਰਾਏ ਨਹੀਂ ਹੈ। 3 ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ, ਜਿਸ ਦੇ ਵਿੱਚ ਨਿਸ਼ਾਨ ਵਤਸ ਨਾਂ ਦਾ ਜਿਹੜਾ ਟੀ ਹੈ ਟੈਕਨੀਕਲ ਅਸਿਸਟੈਂਟ ਹੈ ਔਰ ਇਹਦਾ ਸਾਥੀ ਮਨਦੀਪ, ਇਹਨਾਂ ਦੋਵਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਤੀਸਰਾ ਗ੍ਰਾਮ ਰੋਜ਼ ਸੇਵਕ ਹੈ ਜਿਹੜਾ, ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ। ਹਾਲਾਂਕਿ 3 ਲੋਕਾਂ ਦੇ ਖਿਲਾਫ ਕਾਰਵਾਈ ਨਾ ਕਾਫੀ ਹੈ। ਦੱਸ ਰਹੇ ਨੇ ਕਿ ਘੁਟਾਲਾ ਕਾਫੀ ਵੱਡਾ ਹੈ, ਤਾਂ ਕਰਕੇ ਹੋਰ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਸ਼ੁਰੂਆਤੀ ਡਿਪਟੀ ਕਮਿਸ਼ਨਰ ਬਠਿੰਡਾ ਮੁਕਤਸਰ ਨੇ ਇਸ ਦੇ ਜਾਂਚ ਦੇ ਆਦੇਸ਼ ਦਿੱਤੇ ਸੀਗੇ, ਜਿਸ ਦੀ ਜਾਂਚ ਆਦੇਸ਼ ਤੋਂ ਬਾਅਦ ਆਖਿਰਕਾਰ ਇਹ ਕਾਰਵਾਈ ਹੋਈ ਹੈ। ਪਰ ਜਿਸ ਤਰ੍ਹਾਂ ਅਸੀਂ ਅੰਕੜੇ ਦਿਖਾਏ ਸੀ, ਉਹ ਅੰਕੜੇ ਅੱਜ ਵੀ ਨਰੇਗਾ ਦੀ ਸਾਈਟ ਤੇ ਉਸੇ ਤਰ੍ਹਾਂ ਕਾਇਮ ਨੇ। ਹਾਲਾਂਕਿ ਅਸੀਂ ਅੰਕੜਿਆਂ ਨੂੰ ਲੈ ਕੇ ਇਹ ਪੁਸ਼ਟੀ ਜ਼ਰੂਰ ਕਰਦੇ ਆ ਕਿ ਅੰਕੜੇ ਨੇ ਜਿਹੜੇ ਅੱਜ ਵੀ ਸਰਕਾਰ ਦੀ ਨਰੇਗਾ ਦੀ ਜਿਹੜੀ ਸਾਈਟ ਹੈ ਉਸ ਦੇ ਉੱਪਰ ਮੌਜੂਦ ਨੇ। ਆਰਟੀਆਈ ਨੂੰ ਆਪਾਂ ਸਾਈਟ ਤੇ ਵੀ ਰੱਖ ਦਈਏ, ਆਰਟੀਆਈ ਖੁਲਾਸੇ ਦੀ ਗੱਲ ਨਾ ਵੀ ਕਰੀਏ ਤਾਂ ਸਰਕਾਰ ਦੇ ਅੰਕੜੇ ਦੇ ਵਿੱਚ ਇਹ ਘੁਟਾਲਾ ਬੋਲਦਾ ਸੀਗਾ। ਚਾਹੇ ਇਹ ਕਲੈਰੀਕਲ ਮਿਸਟੇਕ ਸੀ, ਘੁਟਾਲਾ ਹੋਇਆ ਸੀਗਾ ਨਹੀਂ ਹੋਇਆ ਸੀ, ਇਹ ਫਿਲਹਾਲ ਜਾਂਚ ਦਾ ਵਿਸ਼ਾ। ਪਰ ਨਿਊਜ਼ 18 ਦੀ ਖਬਰ ਦੀ ਪੁਖਤਾ ਤੇ ਇਸ ਦੀ ਮੋਹਰ ਲੱਗਦੀ ਜ਼ਰੂਰ ਨਜ਼ਰ ਆ ਰਹੀ ਹੈ। ਹਾਲਾਂਕਿ ਖਬਰ ਨਸ਼ਰ ਹੋਣ ਤੋਂ ਬਾਅਦ ਕੁਝ ਧਿਰਾਂ ਨੇ ਐਲੀਗੇਸ਼ਨ ਵੀ ਲਾਏ ਸੀ ਕਿ ਖਬਰ ਦੇ ਵਿੱਚ ਕੋਈ ਉਸ ਤਰ੍ਹਾਂ ਦੇ ਫੈਕਟ ਨਹੀਂ ਹੈ, ਤੋੜ ਮਰੋੜ ਕੇ ਖਬਰ ਨੂੰ ਪੇਸ਼ ਕੀਤਾ ਗਿਆ। ਪਰ ਨਿਊਜ਼ 18 ਹਮੇਸ਼ਾ ਤੋਂ ਪ੍ਰਮੁਖਤਾ ਦੇ ਨਾਲ ਉਹੀ ਖਬਰ ਦਿਖਾਉਂਦਾ ਜਿਸ ਦੇ ਕੋਲ ਸਾਡੇ ਕੋਲ ਫੈਕਟਸ ਹੁੰਦੇ ਨੇ ਔਰ ਉਹ ਫੈਕਟਾਂ ਦੇ ਉੱਪਰ ਮੋਹਰ ਲੱਗਦੀ ਫਿਲਹਾਲ ਨਜ਼ਰ ਆ ਰਹੀ ਹੈ। 3 ਲੋਕਾਂ ਦੇ ਖਿਲਾਫ ਕਾਰਵਾਈ ਹੋਈ ਹੈ। ਡਿਪਟੀ ਕਮਿਸ਼ਨਰ ਮੁਕਤਸਰ ਦੀ ਆਦੇਸ਼ ਤੋਂ ਬਾਅਦ ਇੱਕ SIT ਬਣੀ ਸੀ, ਜਿਸ ਦੇ ਵਿੱਚ SDM ਗਿੱਦੜਬਾਹਾ ਨੇ ਰਿਪੋਰਟ ਦਿੱਤੀ ਸੀ ਤੇ ਆਖਿਰਕਾਰ ਉਸ ਰਿਪੋਰਟ ਦੇ ਉੱਪਰ ਅਸਰ ਹੁੰਦਾ ਨਜ਼ਰ ਆ ਰਿਹਾ। 3 ਲੋਕਾਂ ਦੇ ਖਿਲਾਫ ਕਾਰਵਾਈ ਹੈ ਜਿਹੜੀ ਉਹ ਸਰਕਾਰ ਨੇ ਕੀਤੀ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਸੂਰਜ, ਸਾਨੂੰ तमाम ਜਾਣਕਾਰੀ ਦੇਣ ਲਈ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਹੋਇਆ ਹੈ, ਪ੍ਰਮੁਖਤਾ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਸੀਗਾ ਤੇ ਹੁਣ ਇਸ ਪੂਰੇ ਵੱਡੇ ਘੁਟਾਲੇ 'ਚ ਕਾਰਵਾਈ ਜੋ ਹੈ ਕੀਤੀ। ਹੁਣ ਗੱਲ ਕਰਾਂਗੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ। ਸੁਖਪਾਲ ਸਿੰਘ ਖਹਿਰਾ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ। ਦੱਸ ਕਿ ਰਿਮਾਂਡ ਖਤਮ ਹੋਣ ਤੇ ਜਲਾਲਾਬਾਦ ਕੋਰਟ 'ਚ
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਪੇਸ਼ੀ ਹੋਵੇਗੀ। ਖਹਿਰਾ ਦਾ ਅੱਜ 2 ਦਿਨਾਂ ਦਾ ਰਿਮਾਂਡ ਖਤਮ ਹੋ ਰਿਹਾ ਹੈ। ਕਾਬਲੇ ਗੌਰ ਹੈ ਕਿ 2015 ਦੇ ਡਰੱਗ ਮਾਮਲੇ 'ਚ ਗ੍ਰਿਫਤਾਰੀ ਕੀਤੀ ਗਈ ਸੀਗੀ 28 ਸਤੰਬਰ ਨੂੰ, ਯਾਨੀ ਕਿ ਪਰਸੋਂ ਹੀ ਚੰਡੀਗੜ੍ਹ ਜੋ ਇਹਨਾਂ ਦੀ ਰਿਹਾਇਸ਼ ਸੀਗੀ ਸੈਕਟਰ 5 ਉੱਥੋਂ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਜਲਾਲਾਬਾਦ ਪੁਲਿਸ ਉੱਥੇ ਪਹੁੰਚੀ ਸੀਗੀ, ਬਕਾਇਦਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਲਾਲਾਬਾਦ ਲਿਜਾਇਆ ਗਿਆ, ਉੱਥੇ ਮੈਡੀਕਲ ਕਰਵਾਇਆ ਗਿਆ, ਕੋਰਟ 'ਚ ਪੇਸ਼ ਕਰਵਾਇਆ ਗਿਆ ਤੇ ਉੱਥੇ ਹੀ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀਗਾ। ਹਾਲਾਂਕਿ ਪੁਲਿਸ ਦੇ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀਗਾ ਤੇ ਅੱਜ ਯਾਨੀ ਕਿ 30 ਸਤੰਬਰ ਨੂੰ ਉਹ ਪੁਲਿਸ ਰਿਮਾਂਡ ਖਤਮ ਹੋ ਰਿਹਾ ਹੈ ਤੇ ਅੱਜ ਮੁੜ ਤੋਂ ਖਹਿਰਾ ਦੀ ਪੇਸ਼ੀ ਹੋਏਗੀ ਜਲਾਲਾਬਾਦ ਕੋਰਟ ਤੇ। ਪਰਸੋਂ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਿ ਪਰਸੋਂ ਜੋ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ ਪੁਲਿਸ ਚੰਡੀਗੜ੍ਹ ਤੋਂ ਗ੍ਰਿਫਤਾਰ ਕਰਕੇ ਲੈ ਕੇ ਗਈ ਸੀਗੀ ਤੇ ਉੱਥੇ ਹੀ ਜਲਾਲਾਬਾਦ ਕੋਰਟ 'ਚ ਪੇਸ਼ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ 2 ਦਿਨ ਦਾ ਪੁਲਿਸ ਰਿਮਾਂਡ ਪੁਲਿਸ ਨੇ ਹਾਸਲ ਕੀਤਾ। ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਸਿਆਸੀ ਘਮਸਾਨ ਤੇਜ਼ ਹੈ। ਮੁੱਖ ਮੰਤਰੀ ਮਾਨ ਨੇ ਬਿਨਾਂ ਨਾਮ ਲਏ ਖਹਿਰਾ ਤੇ ਨਿਸ਼ਾਨਾ ਸਾਧਿਆ ਹੈ ਤਾਂ ਉਧਰ ਕਾਂਗਰਸੀਆਂ ਨੂੰ ਖਹਿਰਾ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਮਿਲੀ ਤਾਂ ਸਵਾਲ ਚੁੱਕੇ ਜਾ ਰਹੇ ਨੇ। ਇਹਨਾਂ ਸਾਰਿਆਂ ਵਿਚਾਲੇ ਬੀਜੇਪੀ ਨੇ ਖਹਿਰਾ ਦੇ ਬਹਾਨੇ ਕਾਂਗਰਸ ਨੂੰ ਹੀ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਦਿੱਤਾ। ਵੀਰਵਾਰ ਨੂੰ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਤਾਂ ਪੰਜਾਬ ਦਾ ਸਿਆਸੀ ਪਾਰਾ ਸਿਖਰ ਤੇ ਪਹੁੰਚਿਆ। ਕਾਂਗਰਸ ਦੇ ਵੱਲੋਂ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਤਾਂ ਇਸ ਸਿਆਸੀ ਘਮਸਾਨ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਸੀਐਮ ਮਾਨ ਨੇ ਬਿਨਾਂ ਨਾਮ ਲਏ ਸੁਖਪਾਲ ਖਹਿਰਾ ਤੇ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਡਰੱਗਸ ਵਾਲੇ ਕੇਸ ਦੇ ਵਿੱਚ ਸ਼ਾਮਲ ਰਹੇ ਨੇ ਉਹਨਾਂ ਦੇ ਹਿਸਾਬ ਹੋਣਗੇ। ਪੰਜਾਬ ਦਾ ਖਜ਼ਾਨਾ ਲੁੱਟਣ ਵਾਲਿਆਂ ਨੂੰ ਨਹੀਂ ਛੱਡਾਂਗਾ। 5 ਸਾਲ ਪਹਿਲਾਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਕਿਸੇ ਡਰੱਗ ਵਾਲੇ ਕੇਸ ਦੇ ਵਿੱਚ ਉਹਨਾਂ ਦਾ ਨਾਮ ਆਇਆ, ਬਾਅਦ ਚ ਉਹਨਾਂ ਨੇ ਦੂਜੀ ਸਰਕਾਰ ਨਾਲ ਮਿਲ ਕੇ ਉਹ ਨਾਮ ਕਢਾ ਲਿਆ ਜਾਂ ਕੋਈ ਹੋਰ ਜਗਾੜ ਲਾ ਲਿਆ, ਉਹ ਤਾਂ ਨਹੀਂ ਚੱਲਣਾ ਜੀ, ਉਹ ਤਾਂ ਹੁਣ ਹਿਸਾਬ ਹੋਣਗੇ। ਤਾਂ ਉਧਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਕਾਂਗਰਸੀ ਵਰਕਰਾਂ ਦੇ ਨਾਲ ਫਾਜ਼ਿਲਕਾ ਸੀਆਈਏ ਸਟਾਫ ਪਹੁੰਚੇ। ਮਕਸਦ ਸੀ ਸੁਖਪਾਲ ਖਹਿਰਾ ਦੇ ਨਾਲ ਮੁਲਾਕਾਤ ਕਰਨਾ, ਪਰ ਮੁਲਾਕਾਤ ਦੀ ਇਜਾਜ਼ਤ ਨਾ ਮਿਲੀ ਤੇ ਆਖਿਰ ਬਿਨਾਂ ਮਿਲੇ ਹੀ ਵਾਪਸ ਪਰਤਣਾ ਪਿਆ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਸਰਕਾਰ ਤੇ ਵਰਤੇ ਹੋਏ ਨਜ਼ਰ ਆਏ। ये हमारा कॉन्स्टिट्यूशनली राइट है। आई एम द लीडर ऑफ द ऑपोजिशन। मेरे इलेक्टेड एमएलए, कई मिनिस्टर्स इससे पहले अरेस्ट हुए हैं, हमारे एमएलए अरेस्ट हुए हैं। नोबडी हैज एवर स्टॉप्ड अस। हम इनकी पुलिस की कस्टडी में मिल रहे हैं, पुलिस ऑफिसर्स वहां होंगे। ये कर्टसी कॉल थी अपने साथी को बताना कि आपकी पार्टी और आपके साथी आपके साथ है, नथिंग मोर देन दिस। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਖਹਿਰਾ ਦੀ ਗ੍ਰਿਫਤਾਰੀ ਦੇ ਬਹਾਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਤੇ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਕੁਝ ਕਾਂਗਰਸ ਲੀਡਰਾਂ ਨੇ ਖਹਿਰਾ ਦੀ ਗ੍ਰਿਫਤਾਰੀ ਤੇ ਜਸ਼ਨ ਮਨਾਇਆ ਤੇ ਆਪਣੀ ਪੁਰਾਣੀ ਪਾਰਟੀ ਤੇ ਵਰਦਿਆਂ ਕਿਹਾ ਕਿ ਕਾਂਗਰਸ ਦੇ ਵਿੱਚ ਕੁਝ ਬੁੱਕਲ ਦੇ ਸੱਪ ਨੇ। ਸਾਰੇ ਮਗਰਮੱਛੀ ਆਂਸੂ ਬਹਾ ਰਹੇ ਕਾਂਗਰਸੀ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਹੈ, ਸਾਰੇ ਇਹਨਾਂ ਤੋਂ ਘੱਟੋ ਘੱਟ 2 ਵੱਡੇ ਲੀਡਰਾਂ ਦਾ ਮੈਨੂੰ ਪਤਾ ਹੈ ਜਿਹੜਾਂ ਦੇ ਘਰੇ ਕੱਲ ਜਸ਼ਨ ਮਨਾਏ ਗਏ। ਉਹ ਇੱਕ ਕ੍ਰੈਡੀਬਲ ਫੇਸ ਕਾਂਗਰਸ 'ਚ ਕੋਈ ਮਾੜਾ ਮੋਟਾ ਜਿਹਦੀ ਲੋਕਾਂ 'ਚ ਵਿਸ਼ਵਾਸਨੀयता ਸੀਗੀ, ਕੱਲਾ ਇਹਨਾਂ 'ਚ ਬਾਕੀ ਤਾਂ ਜਾ ਕੇ ਵਿਕੇ ਸਭ। ਇਹਨਾਂ ਨੇ ਆਪਣੀ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਆਪਣੀ ਜ਼ਮੀਰ ਭਗਵੰਤ ਮਾਨ ਜੀ ਦੇ ਪੈਰਾਂ ਦੇ ਅੰਦਰ ਗਿਰਵੀ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਵੀਰਵਾਰ ਨੂੰ ਜਲਾਲਾਬਾਦ ਪੁਲਿਸ ਨੇ ਤੜਕਸਾਰ ਚੰਡੀਗੜ੍ਹ ਵਾਲੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਫਿਲਹਾਲ ਖਹਿਰਾ 2 ਦਿਨਾਂ ਪੁਲਿਸ ਰਿਮਾਂਡ ਤੇ ਨੇ। ਖਹਿਰਾ ਦੀ ਇਹ ਗ੍ਰਿਫਤਾਰੀ ਸਾਲ 2015 ਦੇ ਡਰੱਗ ਕੇਸ ਦੇ ਵਿੱਚ ਹੋਈ ਹੈ ਤੇ 30 ਸਤੰਬਰ ਨੂੰ ਮੁੜ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸੇ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਗੱਲ ਕਰਾਂਗੇ ਸਾਬਕਾ ਖਜ਼ਾਨਾ ਮੰਤਰੀ ਦੀ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਲਈ ਤਾਬੜਤੋੜ ਛਾਪੇਮਾਰੀ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਰਹੀ ਹੈ। ਦੱਸਦੇ ਕਿ 3 ਦਿਨਾਂ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਭਾਲ ਰਹੀ ਹੈ ਵਿਜੀਲੈਂਸ। ਚੰਡੀਗੜ੍ਹ 'ਚ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਤੇ ਵੀ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ, ਛਾਪੇਮਾਰੀ ਕੀਤੀ ਗਈ। ਦਰਅਸਲ ਵਿਜੀਲੈਂਸ ਨੂੰ ਘਰ 'ਚ ਮਨਪ੍ਰੀਤ ਸਿੰਘ ਬਾਦਲ ਨਹੀਂ ਮਿਲੇ। प्लॉट खरीद मामले मनप्रीत की तलाश लगातार जारी है। विजिलेंस के वलों दस मनप्रीत खिलाफ अरेस्ट वारंट भी जारी किए जा चुके हैं। बठिंडा कोर्ट के वलों लुकआउट सर्कुलर भी जारी है। मनप्रीत सिंह बादल ने बठिंडा सैशन कोर्ट से दस्से कि अपनी मुड़ तो अगाऊ जमानत की पटीशन दाखिल कर दी थी। हालांकि जो पिछली अगाऊ जमानत की पटीशन पाई गई थी उसनों
ਵਿਡਰਾਅ ਕਰ ਲਿਆ ਗਿਆ ਸੀਗਾ ਤੇ ਮੁੜ ਤੋਂ ਇੱਕ ਵਾਰ ਫਿਰ ਤੋਂ ਬਠਿੰਡਾ ਸੈਸ਼ਨ ਕੋਰਟ 'ਚ ਅਗਾਊ ਜ਼ਮਾਨਤ ਦੀ ਪਟੀਸ਼ਨ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਪਾਈ ਗਈ ਹੈ। ਆ ਤਸਵੀਰਾਂ ਨੇ ਕੱਲ ਸ਼ਾਮ ਦੀਆਂ, ਜਦੋਂ ਕਿ ਵਿਜੀਲੈਂਸ ਦੀ ਟੀਮ ਚੰਡੀਗੜ੍ਹ ਸਥਿਤ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਤੋਂ ਉੱਥੇ ਪਹੁੰਚੀ ਤੇ ਉੱਥੇ ਹੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਨਹੀਂ ਮਿਲੇ ਤੇ ਇਸ ਦੇ ਵਿਚਾਲੇ ਪੂਰੇ ਹੀ ਉੱਤਰ ਭਾਰਤ 'ਚ ਜੋ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ। उत्तराखंड, हिमाचल, हरियाणा, पंजाब, राजस्थान ਤੇ ਕਈ ਜ਼ਿਲ੍ਹਿਆਂ 'ਚ ਜੋ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ, ਕਈ ਸੂਬਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਬੜਤੋੜ ਹਾਲਾਂਕਿ ਜੋ ਬਾਦਲ ਪਿੰਡ ਹੈ ਉੱਥੇ ਵੀ ਉਹਨਾਂ ਦੀ ਰਿਹਾਇਸ਼ ਤੇ ਛਾਪੇਮਾਰੀ ਕੀਤੀ ਗਈ ਸੀਗੀ। ਸ਼੍ਰੀ ਗੰਗਾ ਨਗਰ 'ਚ ਜੋ ਉਹਨਾਂ ਦਾ ਘਰ ਹੈ ਉੱਥੇ ਵੀ ਛਾਪੇਮਾਰੀ ਕੀਤੀ ਗਈ ਸੀਗੀ। ਕੱਲ੍ਹ ਜੋ ਵਿਜੀਲੈਂਸ ਦੀ ਟੀਮਾਂ ਸੀਗੀਆਂ ਸ਼ਿਮਲਾ ਵੀ ਪਹੁੰਚੀਆਂ ਸੀਗੀਆਂ, ਪਰ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਵੀ ਅਤਾ ਪਤਾ ਨਹੀਂ ਚੱਲਿਆ। ਮੈਡਮ ਰੀਨੂ ਬਾਦਲ ਜੀ ਇੱਥੇ ਹੈਗੇ ਨੇ। ਅੱਛਾ, ਸਰਫਰਾਜ ਜੀ ਨੇ, ਹੋਰ ਕੋਈ ਇੱਥੇ ਹੈ ਨਹੀਂ ਗੇ ਪ੍ਰੈਜ਼ੈਂਟ। ਜਿਹੜੇ ਇਹਨਾਂ ਦੇ ਕੋਈ ਰਿਲੇਟਿਵ ਆਏ ਹੋਏ ਨੇ, ਮੈਡਮ ਨਾਲ ਮਾਤਾ ਜੀ ਨੇ ਜੀ, ਤੇ ਬਾਕੀ ਉਹਨਾਂ ਦੀ ਜੋ ਮਨਪ੍ਰੀਤ ਜੀ ਇੱਥੇ ਹੈ। ਤਾਂ ਮਨਪ੍ਰੀਤ ਬਾਦਲ ਉਹਨਾਂ ਦੇ ਬਾਰੇ ਤੁਸੀਂ ਪੁੱਛਿਆ ਕਿ ਕਿੱਥੇ ਨੇ, ਉਹਨਾਂ ਦੀ ਲੋਕੇਸ਼ਨ ਬਾਰੇ ਤੁਸੀਂ ਕੋਈ ਜਾਣਕਾਰੀ ਪ੍ਰਾਪਤ ਹੋਈ? ਨਹੀਂ, ਉਹ ਕੋਈ ਕੋਆਪਰੇਟ ਨਹੀਂ ਕਰਦੇ ਜੀ, ਕੁਝ ਨਹੀਂ ਦੱਸਦੇ। ਤੁਸੀਂ ਕੀ ਪੁੱਛਿਆ, ਕੀ ਅੰਦਰ ਪੁੱਛਿਆ? ਕਿਉਂਕਿ ਵੱਖ-ਵੱਖ ਸੂਬਿਆਂ 'ਚ ਜਿਹੜੀ ਹੈ ਵਿਜੀਲੈਂਸ ਦੀ ਟੀਮ ਗਈ, ਉੱਤਰਾਖੰਡ ਗਈ, ਰਾਜਸਥਾਨ ਗਈ, ਲੇਕਿਨ ਅਜੇ ਤੱਕ ਨਹੀਂ ਮਿਲ ਪਏ। ਸਾਡੀਆਂ ਟੀਮਾਂ ਜਾ ਰਹੀਆਂ ਨੇ ਜੀ, ਕੌਨਫੀਡੈਂਸ਼ਲੀ ਅਸੀਂ ਰੇਡ ਕਰਦੇ ਹਾਂ ਕਈ ਜਗ੍ਹਾ ਦੇ ਉੱਤੇ ਜਿੱਥੇ ਜਾਂਦੇ ਹਾਂ। ਸਾਨੂੰ ਜੋ ਟੀਮਸ ਨੇ, ਜਿੱਥੇ ਸਾਡੀ ਕੁਝ ਜਗ੍ਹਾ ਤੇ ਹੋਰ ਵੀ ਗਈਆਂ ਹੋਈਆਂ ਨੇ, ਪਰ ਇੱਥੇ ਮੇਰੀ ਡਿਊਟੀ ਲੱਗੀ ਸੀ। ਹੁਣ ਤੱਕ ਕਿੰਨੇ ਸੂਬਿਆਂ ਦੇ ਵਿੱਚ ਜਿਹੜੀ ਹੈ ਵਿਜੀਲੈਂਸ ਦੀ ਵੱਲੋਂ ਭਾਲ ਕੀਤੀ ਗਈ ਹੈ? ਹਰਿਆਣਾ ਤੇ ਅੱਜ ਇੱਕ ਚੰਡੀਗੜ੍ਹ, ਤੇ ਬਾਕੀ ਇੱਕ ਦੋ ਜਗ੍ਹਾ ਤੇ ਅਸੀਂ ਹੋਰ ਰਾਜਸਥਾਨ ਗਏ ਸੀ, ਉੱਤਰਾਖੰਡ ਗਏ ਸੀ, ਰਾਜਸਥਾਨ ਗਏ। ਸਰ, ਕੀ ਕੋਈ ਕਾਲ ਲੋਕੇਸ਼ਨਸ ਨਾਲ ਵੀ ਟ੍ਰੇਸ ਕੀਤਾ ਜਾ ਰਿਹਾ? ਕੋਈ ਪਰਿਵਾਰ ਨਾਲ ਗੱਲਬਾਤ ਵੀ ਜੇਕਰ ਹੋਈ ਹੋਊਗੀ ਤਾਂ ਪਤਾ ਚੱਲ ਜਾਊਗਾ, ਜਾਂ ਉਹਨਾਂ ਦੇ ਨਾਲ ਕੋਈ ਸਿਕਿਉਰਿਟੀ ਮੁਲਾਜ਼ਮ ਜਿਹੜੇ ਮੌਜੂਦ ਸੀ ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਹੋਈ ਕਿ ਉੱਥੋਂ ਦੀ ਵੀ ਪਤਾ ਕੀਤਾ ਜਾ ਰਿਹਾ? ਫੋਨ ਸਵਿਚ ਆਫ ਨੇ ਜੀ, ਫੋਨ ਸਵਿਚ ਆਫ ਹੋ। ਮਨਪ੍ਰੀਤ ਬਾਦਲ ਲਾਸਟ ਲੋਕੇਸ਼ਨ ਕਿੱਥੇ ਸੀ? ਲਾਸਟ ਲੋਕੇਸ਼ਨ ਪਤਾ ਲੱਗੀ ਕਿੱਥੇ ਸੀਗੀ? ਜੋ ਲਾਸਟ ਇਹਦੇ ਬਾਰੇ ਅਸੀਂ ਕੁਝ ਨਹੀਂ ਦੱਸ ਸਕਦੇ ਜੀ। ਕਿਸੇ ਪ੍ਰਾਈਵੇਟ ਸਿਕਿਉਰਿਟੀ ਨਾਲ ਮੌਜੂਦ ਹੈਗੀ ਹੈ ਮਨਪ੍ਰੀਤ ਸਿੰਘ ਬਾਦਲ ਦੀ? ਨਹੀਂ ਹੈ ਨਹੀਂ, ਤਾਂ ਸਿਕਿਉਰਿਟੀ ਨਾਲ ਮੌਜੂਦ ਨਹੀਂ ਹੈ। ਅਸੀਂ ਉਹਨਾਂ ਦੀ ਜਿਹੜੀ ਲੋਕੇਸ਼ਨ ਹੈਗੀ ਉਹ ਲੀਕੇਜ ਨਹੀਂ ਕਰ ਸਕਦੇ ਕੋਈ, ਕਿਉਂਕਿ ਸਾਨੂੰ ਜਿੱਥੇ ਮਿਲੂਗਾ ਅਸੀਂ ਆਪੇ ਅਰੈਸਟ ਕਰਾਂਗੇ। ਪਰਿਵਾਰਕ ਮੈਂਬਰਾਂ ਨੇ ਅੱਜ ਕੀ ਕਿਹਾ? ਕਦੋਂ ਲਾਸਟ ਟਾਈਮ ਇਸ ਕੋਠੀ ਦੇ ਵਿੱਚ ਆਏ ਸੀਗੇ ਜਾਂ ਕਦੋਂ ਗੱਲਬਾਤ ਹੋਈ ਹੈ? ਨਹੀਂ, ਉਹਨਾਂ ਨੇ ਕੁਝ ਨਹੀਂ ਦੱਸਿਆ ਜੀ। ਕੋਈ ਗੱਲਬਾਤ ਨਹੀਂ ਕੀਤੀ? ਨਹੀਂ, ਉਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਜੋ ਚੈੱਕ ਕਰਨਾ ਹੈ, ਸਾਡੇ ਕੋਲ ਉਹਨਾਂ ਦੀ ਅਰੈਸਟ ਦਾ ਵਾਰੰਟ ਸੀਗਾ, ਉਹਨਾਂ ਦੇ ਬਾਰੇ ਚੈੱਕ ਕੀਤਾ ਸੀ। ਲਾਸਟ ਲੋਕੇਸ਼ਨ ਮਨਪ੍ਰੀਤ ਬਾਦਲ ਹੋਰਾਂ ਦੀ ਕਿੱਥੇ ਸੀਗੀ? ਮਨਪ੍ਰੀਤ ਬਾਦਲ ਜਿਹੜੇ ਨੇ ਆਪਦਾ WhatsApp ਫੋਨ ਯੂਜ਼ ਕਰਦੇ ਨੇ, ਦੂਸਰਾ ਫੋਨ ਨਹੀਂ ਯੂਜ਼ ਕਰ ਰਹੇ। WhatsApp ਕਾਲ ਯੂਜ਼ ਕਰ ਰਹੇ? ਹਾਂ। ਤੇ ਲੋਕੇਸ਼ਨ ਪਤਾ ਲੱਗ ਪਈ ਕਿ ਜਦੋਂ ਫੋਨ ਔਨ ਸੀਗਾ, ਹੁਣ ਤੁਸੀਂ ਕਹਿ ਰਹੇ ਹੋ ਸਵਿਚ ਆਫ ਹੈ, WhatsApp ਤੇ ਗੱਲ ਹੁੰਦੀ ਹੈ, ਲੇਕਿਨ ਜਦੋਂ ਫੋਨ ਔਨ ਸੀਗਾ ਉਸ ਵੇਲੇ ਲਾਸਟ ਲੋਕੇਸ਼ਨ ਕੀ ਸੀਗੀ? ਕਈ ਜਗ੍ਹਾ ਤੇ ਉਦੈਪੁਰ ਦੀ ਵੀ ਆਈ ਹੈ ਜੀ, ਰਾਜਸਥਾਨ ਦੀ। ਹਾਂ, ਬਾਕੀ ਅਸੀਂ ਕੋਈ ਜਗ੍ਹਾ ਤੇ ਜਾ ਕੇ ਆਏ ਹਾਂ ਕਿ ਜਿੱਥੇ ਸਾਨੂੰ ਮਿਲ ਗਿਆ, ਉਹ ਅਸੀਂ ਹੁਣ ਮੀਡੀਆ ਦੇ ਸਾਹਮਣੇ ਜਿਹੜਾ ਕੌਨਫੀਡੈਂਸ਼ੀਅਲ ਹੈ ਸਾਰਾ ਸਿਸਟਮ, ਕਿੱਥੇ ਕਿੱਥੇ ਸਾਨੂੰ ਲੋਕੇਸ਼ਨ ਮਿਲ ਜਾਏ, ਉਹ ਅਸੀਂ ਤੁਹਾਨੂੰ ਨਹੀਂ ਕਲੀਅਰ ਕਰ ਸਕਦੇ, ਕਿਉਂਕਿ ਉਹਨਾਂ ਦੀ ਸਿਕਿਉਰਿਟੀ ਦਾ ਵੀ ਰੀਜ਼ਨ ਹੈਗਾ, ਤੇ ਅਰੈਸਟ ਹੀ ਕਰਾਂਗੇ ਅਸੀਂ। ਹੁਣ ਗੱਲ ਕਰਾਂਗੇ ਕਿਸਾਨਾਂ ਦੀ। ਰੇਲ ਰੋਕੋ ਅੰਦੋਲਨ ਦਾ ਅੱਜ ਆਖਰੀ ਦਿਨ ਹੈ। 3 ਦਿਨਾਂ ਤੋਂ ਰੇਲਵੇ ਟਰੈਕਾਂ ਤੇ ਬੈਠੇ ਹੋਏ ਨੇ ਕਿਸਾਨ। ਦੱਸਦੇ ਕਿ ਸ਼ਾਮ 4 ਵਜੇ ਤੱਕ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ। ਇਸ ਵਿਚਾਲੇ ਹੜ੍ਹਾਂ ਦੇ ਮੁਆਵਜ਼ੇ ਤੇ MSP ਦੀ ਮੰਗ ਨੂੰ ਲੈ ਕੇ ਆ ਪ੍ਰਦਰਸ਼ਨ ਕਿਸਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ। ਦੱਸਦੇ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਰੀਬ 400 ਜੋ ਟ੍ਰੇਨਸ ਨੇ ਉਹ ਪ੍ਰਭਾਵਿਤ ਹੋਈਆਂ ਨੇ। ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਫੀ ਖੱਜਲ ਖੁਆਰ ਲੋਕ ਨਜ਼ਰ ਆ ਰਹੇ ਤੇ ਅੱਜ ਤੀਜਾ ਤੇ ਆਖਰੀ ਦਿਨ ਹੈ। ਇਸ ਵਿਚਾਲੇ ਸ਼ਾਮ 4 ਵਜੇ ਤੱਕ ਆ ਜੋ ਅੰਦੋਲਨ ਹੈ ਕਿਸਾਨਾਂ ਦੇ ਵੱਲੋਂ ਜਾਰੀ ਰਹੇਗਾ। ਕਾबिल गौर है कि जो आम जनता है उसਨੂੰ काफ़ी खजल खुआरी का सामना करना पै रहा है। कल दी तस्वीरें तुहानूं विखा रहे जिथे कि पंजाब के ਵੱਖ-ਵੱਖ ਥਾਵਾਂ ਤੇ जो रेलवे ट्रैक ਤੇ किसान अपना धरना लैके बैठे हुए ने। इस दे विचालों उन्हां दे वालों जो हड़ां दे नाल मुआवजे की जो है स्पैशल पैकेज की डिमांड भी उन्हां दे वालों कीती। ਆਪਦੀ ਹੱਕ ਦੀ ਮੰਗ ਨੂੰ ਲੈ ਕੇ ਜਿਹੜਾ ਕਿ ਦਿੱਲੀ ਅੰਦੋਲਨ ਸਮਾਪਤ ਕਰਨ ਵੇਲੇ ਜਦੋਂ ਦਿੱਲੀ ਅੰਦੋਲਨ ਸਮਾਪਤ ਕਰਾਇਆ ਸੀ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲਏ ਸੀ। ਉਹ ਕਾਨੂੰਨਾਂ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਤੇ ਫਸਲਾਂ ਦੇ ਭਾਅ ਲੈਣ ਵਾਸਤੇ ਇਹ ਚੀਜ਼ ਨੂੰ ਤੇ ਨਾਲ ਹੋਰ ਇਹਦੇ ਜੁੜਦੀਆਂ ਮੰਗਾਂ ਵਾ ਉਹਦਾ ਕਰਕੇ ਅਸੀਂ ਅਸੀਂ ਰੇਲ ਪਟੜੀਆਂ ਦੇ ਉੱਤੇ ਲਗਾਤਾਰ ਜਾਮ ਕਰਕੇ ਬੈਠੇ। ਅੱਜ ਤੀਸਰਾ ਦਿਨ 30 ਤਰੀਕ ਹੈ। ਇੰਨੀ ਮਹਿੰਗਾਈ ਇੰਨੀ ਹਾਲਤ ਜਿਹੜੀ ਆ ਲੋਕਾਂ ਦੀ ਬਿੱਦਰ ਹੋ ਗਈ ਆ ਵੀ ਕੱਪੜਾ ਲੈਣਾ ਅੱਜ ਔਖਾ ਹੋ ਗਿਆ ਵਾ। ਤੁਸੀਂ ਵੇਖੋ ਕੀ ਹਾਲਾਤ ਬਣੇ ਨੇ ਵੀ ਜਿਹੜੇ ਬੰਨੇ ਵੀ ਜਾ ਰਹੇ ਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕਿੱਥੇ, ਰਸੋਈ ਗੈਸ ਦੀਆਂ ਕੀਮਤਾਂ ਕਿੱਥੇ, ਜੇ ਕੋਈ ਮੰਨ ਲਓ ਕਰਿਆਨੇ ਦੀ ਚੀਜ਼ ਲੈਣੀ ਉਹ ਕਿੱਥੇ ਚਲੇਗੀ ਆ। ਪਰ ਫਸਲਾਂ ਦਾ ਭਾਅ ਜਾਮ ਆ। ਫਸਲ ਜਦੋਂ ਵੀ ਮੰਡੀਆਂ ਦੇ ਵਿੱਚ ਜਾਂਦੀ ਆ ਉਹਨੂੰ ਠੁੱਡ ਵੱਜਦੇ ਨੇ। ਉਹਦੇ ਵਿੱਚ ਕੀ ਆ ਵੀ ਇਹ ਖਰੀਦਣਾ ਨਹੀਂ ਚਾਹੁੰਦੇ। ਸਾਡੀ ਜ਼ਮੀਨ ਜਿਹੜੀ ਆ ਉਹ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੇ ਚਾਹੁੰਦੇ ਆ।
ਤੇ ਅੱਜ ਜਦੋਂ ਜ਼ਮੀਨ ਨਾ ਰਹੀ ਤੇ ਸਾਡੇ ਤਨ ਤੇ ਕੱਪੜਾ ਕਿੱਥੋਂ ਰਹਿਣਾ ਵਾ। ਜ਼ਮੀਨ ਸਾਡੀ ਖੁੱਸ ਚ ਆ ਰਹੀ ਆ, ਇਸ ਕਰਕੇ ਨਾ ਫਸਲਾਂ ਦੇ ਭਾਅ ਨਾ ਕੋਈ MSP ਦਾ ਜਿਹੜਾ ਕਾਨੂੰਨ ਇਹਨਾਂ ਨੇ ਕਿਹਾ ਸੀ ਅਸੀਂ ਬਣਾਉਨੇ ਆ, ਉਹ ਤੋਂ ਵੀ ਸਰਕਾਰ ਭੱਜ ਚੁੱਕੀ ਆ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਬਣਾਈ 2004 ਦੇ ਵਿੱਚ ਅੱਜ ਤੱਕ ਉਹ ਲਾਗੂ ਨਹੀਂ ਕੀਤੀ। ਉਹ ਸਵਾਮੀਨਾਥਨ ਵਿਚਾਰਾ ਜਿਹੜਾ ਆਪਣੀ ਜ਼ਿੰਦਗੀ ਤਿਆਗ ਗਿਆ ਵਾ, ਪਰ ਰਿਪੋਰਟ ਜਿਹੜੀ ਜਿਉਂ ਦੀ ਤਿਉਂ ਪਈ ਆ। नारी शक्ति वंदन हुण बनिया कानून, राष्ट्रपति ने दित्ती मंजूरी, केंद्र सरकार ने जारी किया नोटिफिकेशन। HSGMC की चोणां लई वोटां बनाउण दी 16 अक्तूबर तक वधी म्याद। जथेदार बलजीत दादूवाल की संगत नूं अपील, कहा हुण कोई भी सिख वोट बनाउण तो ना रहे वांझा। साबका विधायक सतकार कौर नूं अज कोर्ट च कीता जावेगा पेश। 14 दिनां दी न्यायिक हिरासत अज हो रही खत्म। संगरूर पावरकॉम का सीनियर एक्सीएन गिरफ्तार, 45,000 रुपए की रिश्वत लैंदा विजिलेंस ने किया काबू। मोटर का कनैक्शन देने बदले मंगी सी रिश्वत। बठिंडा नगर निगम भ्रष्टाचार खिलाफ विजिलेंस का एक्शन, 7,000 की रिश्वत लैंदा एक अधिकारी रंगे हथी काबू। एक विधवा महिला तो 7,000 रुपए की रिश्वत लैण के इल्जाम। डेराबस्सी जाली NOC बना के रजिस्ट्री करवाने वाले स्कैम का पर्दाफाश, विधायक कुलजीत सिंह ने तहसील दफ्तर च की रेड। जनवरी तो हुण तक का मंगया रिकॉर्ड। वकील तशद्दद मामले सरकार वालों बनाई SIT ने शुरू की जांच। SIT मुखी मनदीप सिंह सिद्धू कमेटी के मैंबरों नाल पहुंचे मुक्तसर। गोइंदवाल साहिब च गैंगस्टरां दी फोटो लगा के लगाई जा रहा पोस्टर, मेले के स्वागत लई लगाया पोस्टर। मोगा च कांग्रेस आगू बलजिंदर सिंह बल्ली का होया अंतिम संस्कार। पंजाब कांग्रेस प्रधान राजा वड़िंग समेत कई आगू रहे मौजूद। कुछ दिन पहला होया सी कत्ल। लुधियाना पुलिस ने चोर गिरोह के 3 मैंबरों को किया काबू। चोरी के 9 मोटरसाइकिल हुए बरामद। गुप्त सूचना के आधार पर की कार्रवाई।